friends, for all of you. I hope you will be fine. ਤਾਂ ਬੇਟਾ ਜਿਹੜਾ ਅੱਜ ਆਪਾਂ ਚੈਪਟਰ ਕਰਦੇ ਆਂ ਰੈਸਪੀਰੇਸ਼ਨ ਇਨ ਆਰਗੇਨਿਜ਼ਮਸ, ਇਹ ਚੈਪਟਰ ਦੇ ਵਿੱਚ ਬੇਟਾ ਆਪਾਂ ਦੇਖਣਾ ਵੀ ਰੈਸਪੀਰੇਸ਼ਨ ਸਭ ਤੋਂ ਪਹਿਲਾਂ ਕੀ ਹੁੰਦੀ ਆ। ਠੀਕ ਹੈ, ਤਾਂ ਇਹ ਮੈਂ ਤੁਹਾਨੂੰ ਚੀਜ਼ ਸਮਝਾਉਣਾ, ਇਹਨੂੰ ਧਿਆਨ ਨਾਲ ਸਮਝਿਓ। ਇਹਦਾ ਨਿਊਟ੍ਰੀਸ਼ਨ ਚੈਪਟਰ ਨਾਲ ਕਾਫੀ ਲਿੰਕ ਜੁੜਦਾ ਗਾ। ਨਿਊਟ੍ਰੀਸ਼ਨ ਦੇ ਵਿੱਚ ਬੇਟਾ ਆਪਾਂ ਕੀ ਕਰਦੇ ਸੀ, ਨਿਊਟ੍ਰੀਸ਼ਨ ਦੇ ਵਿੱਚ ਆਪਾਂ ਭੋਜਨ ਨੂੰ ਅਸਿਮੀਲੇਟ ਕਰਦੇ ਸੀ, ਹੈ ਨਾ। ਇੱਕ ਸਟੈਪ ਹੁੰਦਾ ਸੀ ਅਸਿਮੀਲੇਸ਼ਨ ਆਫ ਫੂਡ, ਮਤਲਬ ਭੋਜਨ ਦਾ ਵਰਤਿਆ ਜਾਣਾ ਸੈੱਲਾਂ ਦੇ ਕੰਮ ਵਾਸਤੇ, ਠੀਕ ਹੈ, ਜਾਂ ਸਰੀਰ ਦੇ ਕੰਮ ਵਾਸਤੇ, ਸਰੀਰ ਨੂੰ ਵਧਾਉਣ ਵਾਸਤੇ, ਸਰੀਰ ਨੂੰ ਐਨਰਜੀ ਦੇਣ ਵਾਸਤੇ। ਠੀਕ ਹੈ ਜੀ। ਤਾਂ ਹੁਣ ਉਹ ਐਨਰਜੀ ਕਿਵੇਂ ਦਿੱਤੀ ਜਾਂਦੀ ਆ? ਜਿਹੜੀ ਐਨਰਜੀ ਪੈਦਾ ਹੁੰਦੀ ਆ ਭੋਜਨ ਤੋਂ, ਉਹ ਕਿਹੜੀ ਪ੍ਰੋਸੈਸ ਨਾਲ ਹੁੰਦੀ ਆ? ਉਹ ਪ੍ਰੋਸੈਸ ਹੈਗੀ ਰੈਸਪੀਰੇਸ਼ਨ। ਠੀਕ ਹੈ, ਤਾਂ ਰੈਸਪੀਰੇਸ਼ਨ ਅਸਲ ਦੇ ਵਿੱਚ ਕੀ ਆ? ਰੈਸਪੀਰੇਸ਼ਨ ਉਹ ਪ੍ਰੋਸੈਸ ਹੈ ਜਿਹਦੇ ਨਾਲ ਜਿਹੜੇ ਆਪਣਾ ਗਲੂਕੋਸ ਹੁੰਦਾ, ਆਪਣੇ ਫੈਟਸ ਹੁੰਦੇ ਨੇ, ਪ੍ਰੋਟੀਨਸ ਹੁੰਦੇ ਨੇ, ਸਾਰੇ ਜਿਹੜੇ ਡਾਈਜੈਸਟਡ ਫਾਰਮ ਦੇ ਵਿੱਚ ਹੁੰਦੇ ਨੇ, ਮਤਲਬ ਫੈਟੀ ਐਸਿਡ, ਗਲੂਕੋਸ ਵਗੈਰਾ, ਉਹ ਸਾਰੇ ਆਪਣੀ ਬਾਡੀ ਦੇ ਵਿੱਚ ਜਾ ਕੇ ਕਿੱਥੇ ਪਹੁੰਚਦੇ ਨੇ? ਸੈੱਲਸ ਦੇ ਕੋਲ ਪਹੁੰਚਦੇ ਨੇ। ਕਿਹਦੇ ਕੋਲ ਪਹੁੰਚਦੇ ਨੇ? ਸੈੱਲਸ ਕੋਲ। ਸੈੱਲਸ ਕੀ ਆ? ਸੈੱਲ ਇਜ਼ ਦਾ ਫੰਕਸ਼ਨਲ ਯੂਨਿਟ ਆਫ ਲਾਈਫ। ਠੀਕ ਹੈ, ਕਰੋੜਾਂ ਅਰਬਾਂ ਖਰਬਾਂ ਸੈੱਲ ਹੁੰਦੇ ਨੇ ਆਪਣੀ ਬਾਡੀ ਦੇ ਵਿੱਚ। ਠੀਕ ਹੈ ਜੀ। ਅਤੇ ਹਰੇਕ ਸੈੱਲ ਕੋਲ ਭੋਜਨ ਪਹੁੰਚਦਾ। ਉਹ ਭੋਜਨ ਜਦੋਂ ਸੈੱਲ ਕੋਲ ਪਹੁੰਚ ਜਾਂਦਾ ਤਾਂ ਉਹ ਭੋਜਨ ਦੀ ਕੀ ਬਣਦੀ ਆ? ਐਨਰਜੀ ਬਣਦੀ ਆ। ਠੀਕ ਹੈ ਜੀ। ਕਿੱਥੇ ਪਹੁੰਚਦਾ? ਉਹ ਸੈੱਲ ਦੇ ਵਿੱਚ। ਤਾਂ ਬੇਟਾ ਐਨਰਜੀ ਬਣਦੀ ਆ। ਇਹ ਸਾਰੀ ਪ੍ਰੋਸੈਸ ਭੋਜਨ ਦਾ ਉੱਥੇ ਤੱਕ ਪਹੁੰਚਣਾ ਅਤੇ ਉਹ 'ਚੋਂ ਐਨਰਜੀ ਨਿਕਲਣੀ, ਕਿਹਦੇ ਕਰਕੇ ਨਿਕਲਦੀ ਹੈ ਐਨਰਜੀ? ਭੋਜਨ ਦੀ ਉੱਥੇ ਬੇਟਾ ਆਕਸੀਡੇਸ਼ਨ ਹੁੰਦੀ ਆ। ਕੀ ਹੁੰਦੀ ਆ ਭੋਜਨ ਦੀ ਉੱਥੇ? ਆਕਸੀਡੇਸ਼ਨ। ਆਪਾਂ ਬੇਟਾ ਆਕਸੀਜਨ ਅੰਦਰ ਲੈਂਦੇ ਹਾਂ, ਜਿਹਨੂੰ ਆਪਾਂ ਇਨਹੇਲੇਸ਼ਨ ਕਹਿੰਦੇ ਹਾਂ। ਕੀ ਕਹਿੰਦੇ ਆ? ਇਨਹੇਲੇਸ਼ਨ। ਜਦੋਂ ਆਪਾਂ ਆਕਸੀਜਨ ਇਨਹੇਲ ਕਰਦੇ ਹਾਂ, ਉਹ ਵੀ ਆਪਣੇ ਸੈੱਲਸ ਕੋਲ ਜਾਂਦੀ ਆ। ਠੀਕ ਹੈ, ਅਤੇ ਆਪਣਾ ਜਿਹੜਾ ਭੋਜਨ ਹੁੰਦਾ ਉਹ ਵੀ ਸਾਰਾ ਕਿਹਦੇ ਕੋਲ ਜਾਂਦਾ? ਸੈੱਲਸ ਕੋਲ ਜਾਂਦਾ। ਉਹ ਸੈੱਲਸ ਆਕਸੀਜਨ ਉਹ ਭੋਜਨ ਨਾਲ ਕਰਕੇ, ਉਹ ਭੋਜਨ ਨਾਲ ਰਿਐਕਟ ਕਰਕੇ ਕੀ ਬਣਾਉਂਦਾ ਗਾ? ਐਨਰਜੀ ਬਣਾਉਂਦਾ ਗਾ। ਇਹ ਸਾਰੀ ਪ੍ਰੋਸੈਸ ਨੂੰ, ਜਿਹਦੇ ਵਿੱਚ ਆਕਸੀਜਨ ਇਨਵੋਲਵ ਹੁੰਦੀ ਆ, ਭੋਜਨ ਇਨਵੋਲਵ, ਅਤੇ ਸੈੱਲ ਦੇ ਵਿੱਚ ਜਾ ਕੇ ਜਦੋਂ ਭੋਜਨ ਦੀ ਆਕਸੀਡੇਸ਼ਨ ਹੁੰਦੀ ਆ ਤਾਂ ਆਪਾਂ ਉਹਨੂੰ ਕਹਿੰਦੇ ਆ ਵੀ ਕੀ ਹੋ ਗਿਆ ਉੱਥੇ ਆਪਣੇ ਕੋਲ? ਰੈਸਪੀਰੇਸ਼ਨ ਪ੍ਰੋਸੈਸ ਹੋ ਗਈ, ਇਹ ਪੂਰੀ ਕਹਿੰਦੇ ਆ। ਰੈਸਪੀਰੇਸ਼ਨ ਆ ਜਿਹੜੀ ਬੇਟਾ, ਉਹ ਦੋ ਪ੍ਰੋਸੈਸਿਸ ਦੇ ਵਿੱਚ ਵੰਡੀ ਹੋਈ ਆ। ਇੱਕ ਪ੍ਰੋਸੈਸ ਹੈਗੀ ਬਰੀਥਿੰਗ। ਬੇਟਾ ਬਰੀਥ ਕਰਨਾ ਕੀ ਹੁੰਦਾ? ਬਰੀਥ ਕਰਨਾ ਹੁੰਦਾ ਸਿਰਫ ਸਾਹ ਅੰਦਰ ਲੈਣਾ ਅਤੇ ਸਾਹ ਬਾਹਰ ਕੱਢਣਾ, ਇਹਨੂੰ ਆਪਾਂ ਬਰੀਥਿੰਗ ਕਹਿੰਦੇ ਹਾਂ। ਠੀਕ ਹੈ, ਸਾਹ ਅੰਦਰ ਲੈਣ ਨੂੰ ਆਪਾਂ ਕਹਾਂਗੇ ਇਨਹੇਲੇਸ਼ਨ, ਸਾਹ ਬਾਹਰ ਕੱਢਣ ਨੂੰ ਆਪਾਂ ਕਹਾਂਗੇ ਐਕਸਹੇਲੇਸ਼ਨ। ਠੀਕ ਹੈ, ਇਹ ਬਰੀਥਿੰਗ ਦੇ ਦੋ ਪ੍ਰੋਸੈਸ ਨੇਗੇ। ਇਹ ਕੀ ਨੇ? ਬਰੀਥਿੰਗ ਦੇ ਦੋ ਪ੍ਰੋਸੈਸ। ਉਦੋਂ ਬਾਅਦ ਜਦੋਂ ਇਹ ਸਾਹ ਫੇਫੜਿਆਂ ਵਿੱਚ ਦੀ ਹੋ ਕੇ ਆਪਣੇ ਸੈੱਲ ਕੋਲ ਪਹੁੰਚਦਾ ਗਾ, ਕੌਣ ਲੈ ਕੇ ਜਾਂਦਾ ਸੈੱਲ ਕੋਲ? ਹੀਮੋਗਲੋਬਿਨ ਲੈ ਕੇ ਜਾਂਦਾ, ਖੂਨ ਦੇ ਵਿੱਚ ਹੁੰਦਾ ਜਿਹੜਾ ਹੀਮੋਗਲੋਬਿਨ। ਇਸ ਆਕਸੀਜਨ ਨੂੰ, ਇਸ ਸਾਹ ਨੂੰ ਆਪਣੇ ਸੈੱਲਾਂ ਕੋਲ ਲੈ ਕੇ ਜਾਂਦਾ। ਉੱਥੇ ਸੈੱਲਾਂ ਦੇ ਵਿੱਚ ਜਾਂਦਾ ਇਹ ਸਾਹ। ਸੈੱਲਾਂ ਦੇ ਵਿੱਚ ਪਹਿਲਾਂ ਤੋਂ ਕੀ ਮੌਜੂਦ ਹੁੰਦਾ? ਭੋਜਨ ਮੌਜੂਦ ਹੁੰਦਾ। ਉੱਥੇ ਇਹ ਰਿਐਕਟ ਕਰਦਾ, ਆਕਸੀਜਨ ਭੋਜਨ ਨਾਲ ਰਿਐਕਟ ਕਰਦੀ ਆ ਅਤੇ ਉੱਥੇ ਕੀ ਪੈਦਾ ਕਰਦੀ ਆ? ਐਨਰਜੀ। ਇਹ ਸਾਰੀ ਪ੍ਰੋਸੈਸ ਨੂੰ ਆਪਾਂ ਰੈਸਪੀਰੇਸ਼ਨ ਕਹਿੰਦੇ ਹਾਂ। ਠੀਕ ਹੈ, ਤਾਂ ਰੈਸਪੀਰੇਸ਼ਨ ਕੀ ਕਰਦੀ ਆ? ਰੈਸਪੀਰੇਸ਼ਨ ਆਪਣੀਆਂ ਐਨਰਜੀ ਨੀਡਸ ਨੂੰ ਪੂਰਾ ਕਰਦੀ ਆ। ਰੈਸਪੀਰੇਸ਼ਨ ਦਾ ਕੀ ਕੰਮ ਆ? ਐਨਰਜੀ ਨੀਡਸ ਨੂੰ ਪੂਰਾ ਕਰਨਾ। ਠੀਕ ਹੈ ਜੀ। ਤਾਂ ਇੱਥੇ ਇਹਨੇ ਪਹਿਲਾ ਟੌਪਿਕ ਇਹੀ ਦਿੱਤਾ, ਵਾਈ ਡੂ ਵੀ ਰੈਸਪਾਇਰ। ਕਹਿੰਦਾ ਅਸੀਂ ਰੈਸਪਾਇਰ ਕਿਉਂ ਕਰਦੇ ਹਾਂ? ਐਨਰਜੀ ਨੀਡ ਨੂੰ ਪੂਰਾ ਕਰਨ ਲਈ ਆਪਾਂ ਕੀ ਕਰਦੇ ਹਾਂ? ਰੈਸਪਾਇਰ ਕਰਦੇ ਹਾਂ। ਠੀਕ ਹੈ, ਕਿਉਂਕਿ ਆਪਾਂ ਨੂੰ ਐਨਰਜੀ ਚਾਹੀਦੀ ਆ ਸਾਰੇ ਕੰਮ ਵਾਸਤੇ। ਆਪਾਂ ਨੂੰ ਬੇਟਾ ਵਿਹਲੇ ਬੈਠਣ ਲਈ ਵੀ ਐਨਰਜੀ ਚਾਹੀਦੀ ਹੈ, ਕਿਉਂਕਿ ਆਪਣੀ ਬਾਡੀ ਕਦੇ ਵੀ ਵਿਹਲੀ ਨਹੀਂ ਰਹਿੰਦੀ। ਇਹ ਲਗਾਤਾਰ ਇਹਦਾ ਦਿਲ ਧੜਕ ਰਿਹਾ ਗਾ, ਲਗਾਤਾਰ ਇਹ ਸਾਹ ਲੈ ਰਹੀ ਆ, ਲਗਾਤਾਰ ਇਹ ਆਪਣੇ ਖੂਨ ਨੂੰ ਫਿਲਟਰ ਕਰ ਰਹੀ ਆ, ਲਗਾਤਾਰ ਇਹ ਸੋਚ ਰਹੀ ਆ, ਲਗਾਤਾਰ ਇਹ ਸਾਰੇ ਕੰਮ ਕਰ ਰਹੀ ਆ। ਠੀਕ ਹੈ, ਨਵੇਂ ਸੈੱਲ ਬਣ ਰਹੇ ਨੇ, ਪੁਰਾਣੇ ਸੈੱਲ ਟੁੱਟ ਰਹੇ ਨੇ। ਇਹ ਸਾਰੀ ਚੀਜ਼ ਵਾਸਤੇ ਕਿਹਦੀ ਲੋੜ ਪੈਂਦੀ ਆ? ਐਨਰਜੀ ਦੀ ਲੋੜ ਪੈਂਦੀ ਆ ਜੀ। ਤਾਂ ਕੀ ਹੁੰਦਾ? ਐਨਰਜੀ ਕਿੱਥੋਂ ਮਿਲਦੀ ਆ? ਰੈਸਪੀਰੇਸ਼ਨ ਇੱਕ ਪ੍ਰੋਸੈਸ ਆ, ਉਹਦੇ ਨਾਲ ਮਿਲਦੀ ਹੈਗੀ। ਠੀਕ ਹੈ ਜੀ। ਤਾਂ ਦੇਖੋ ਹੁਣ ਇਹ ਜਿਹੜੀ ਆਪਾਂ ਕਹਿੰਦੇ ਹਾਂ ਐਨਰਜੀ ਬਣਦੀ ਆ, ਉਹ ਕਿੱਥੇ ਬਣਦੀ ਆ? ਸੈੱਲ 'ਚ ਬਣਦੀ ਆ। ਇਹਦੀ ਮੈਂ ਇੱਕ ਲਾਈਨ ਅੰਡਰਲਾਈਨ ਕੀਤੀ ਹੋਇਆ ਦੇਖੋ, ਦ ਪ੍ਰੋਸੈਸ ਆਫ ਕੈਮੀਕਲ ਬ੍ਰੇਕਡਾਊਨ ਆਫ ਫੂਡ ਇਨ ਸੈੱਲ ਵਿਦ ਦਾ ਰਿਲੀਜ਼ ਆਫ ਐਨਰਜੀ ਇਜ਼ ਕਾਲਡ ਸੈਲੂਲਰ ਰੈਸਪੀਰੇਸ਼ਨ। ਕਹਿੰਦਾ ਜਦੋਂ ਵੀ ਸੈੱਲ ਦੇ ਵਿੱਚ ਕੈਮੀਕਲ ਬ੍ਰੇਕਡਾਊਨ ਹੋਊਗਾ ਫੂਡ ਦਾ, ਅਤੇ ਨਾਲ ਦੀ ਨਾਲ ਕੀ ਪੈਦਾ ਹੋਊਗੀ? ਐਨਰਜੀ ਪੈਦਾ ਹੋਊ, ਉਹਨੂੰ ਆਪਾਂ ਸੈਲੂਲਰ ਰੈਸਪੀਰੇਸ਼ਨ ਕਹਾਂਗੇ। ਇਹ ਪੁੱਤ ਜਿਹੜੀਆਂ ਲਾਈਨਸ ਮੈਂ ਟਿਕ ਕੀਤੀਆਂ ਹੋਈਆਂ ਨੇ, ਇਹ ਲਾਈਨਸ ਤੁਸੀਂ ਵੀ ਨਾਲ ਦੀ ਨਾਲ ਹੀ ਟਿਕ ਕਰ ਦਿਓ। ਠੀਕ ਹੈ, ਨੈਕਸਟ ਬੇਟਾ, ਜਿਹੜੀ ਰੈਸਪੀਰੇਸ਼ਨ ਆ ਇਹ ਦੋ ਤਰ੍ਹਾਂ ਦੀ ਹੁੰਦੀ ਆ। ਠੀਕ ਹੈ, ਇੱਕ ਤਾਂ ਉਹ ਰੈਸਪੀਰੇਸ਼ਨ ਜਿਹ 'ਚ ਆਪਾਂ ਨੂੰ ਹਵਾ ਦੀ ਲੋੜ ਪੈਂਦੀ ਆ, ਮਤਲਬ ਆਪਾਂ ਨੂੰ ਸਾਹ ਅੰਦਰ ਖਿੱਚਣ ਦੀ ਲੋੜ ਪੈਂਦੀ ਆ। ਠੀਕ ਹੈ, ਆਕਸੀਜਨ ਦੀ ਲੋੜ ਪੈਂਦੀ ਆ। ਦੈਟ ਰੈਸਪੀਰੇਸ਼ਨ ਇਜ਼ ਕਾਲਡ ਏਰੋਬਿਕ ਰੈਸਪੀਰੇਸ਼ਨ। ਉਹ ਰੈਸਪੀਰੇਸ਼ਨ ਨੂੰ ਆਪਾਂ ਕੀ ਕਹਿੰਦੇ ਆ? ਏਰੋਬਿਕ ਰੈਸਪੀਰੇਸ਼ਨ।
ਐਰੋਬਿਕ ਦਾ मतलब हवा की मौजूदगी ਵਿੱਚ ਹੋਣ ਵਾਲੀ ਰੈਸਪੀਰੇਸ਼ਨ ਜਾਂ ਆਕਸੀਜਨ ਦੀ ਮੌਜੂਦਗੀ ਵਿੱਚ ਹੋਣ ਵਾਲੀ ਰੈਸਪੀਰੇਸ਼ਨ। ਠੀਕ ਹੈ, ਇਹ ਆਮ ਤੌਰ 'ਤੇ ਜਿਹੜੇ ਵੀ ਜਾਨਵਰ ਸਾਹ ਲੈਂਦੇ ਨੇ, ਜਿਹੜੇ ਵੀ ਐਨੀਮਲ ਸਾਹ ਲੈਂਦੇ ਨੇ, ਉਹਨਾਂ ਦੇ ਵਿੱਚ ਐਰੋਬਿਕ ਰੈਸਪੀਰੇਸ਼ਨ ਆਮ ਤੌਰ 'ਤੇ ਦੇਖੀ ਜਾਂਦੀ ਆ। ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਬੇਟਾ ਜਿਹੜਾ ਗਲੂਕੋਸ ਹੁੰਦਾ, ਦੇਖੋ ਆ ਰਿਐਕਸ਼ਨ ਦਿੱਤੀ ਹੋਈ ਆ, ਗਲੂਕੋਸ ਜਦੋਂ ਆਕਸੀਜਨ ਨਾਲ ਰਿਐਕਟ ਕਰਦਾ ਇਨ ਦਾ ਪ੍ਰੈਜ਼ੈਂਸ ਆਫ ਆਕਸੀਜਨ, ਠੀਕ ਹੈ, ਤਾਂ ਉਹ ਕੀ ਪ੍ਰੋਵਾਈਡ ਕਰਦਾ ਆਪਾਂ ਨੂੰ, ਕਾਰਬਨ ਡਾਈਆਕਸਾਈਡ, ਪਾਣੀ ਅਤੇ ਐਨਰਜੀ। ਠੀਕ ਹੈ, ਤਾਂ ਹੀ ਜਦੋਂ ਆਪਾਂ ਸਾਹ ਬਾਹਰ ਕੱਢਦੇ ਹਾਂ ਤਾਂ ਕੀ ਆਪਾਂ ਨੂੰ ਕੀ ਮਿਲਦੀ ਆ, ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈਗੀ। ਕਿਉਂ, ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਆਕਸੀਜਨ ਉਹ ਯੂਜ਼ ਹੋ ਜਾਂਦੀ ਆ ਐਨਰਜੀ ਕੱਢਣ ਵਾਸਤੇ, ਅਤੇ ਜਿਹੜਾ ਇੱਕ ਹੋਰ ਪ੍ਰੋਡਕਟ ਨਿਕਲਦਾ ਜਦੋਂ ਇਹ ਰਿਐਕਸ਼ਨ ਹੁੰਦੀ ਆ ਤਾਂ ਆਪਾਂ ਉਹਨੂੰ ਕਹਿੰਦੇ ਆ ਕੀ ਹੋ ਗਈ, ਕਾਰਬਨ ਡਾਈਆਕਸਾਈਡ ਬਾਹਰ ਨਿਕਲ ਗਈ। ਤਾਂ ਬੇਟਾ ਦਿਸ ਇਜ਼ ਕਾਲਡ ਐਰੋਬਿਕ ਰੈਸਪੀਰੇਸ਼ਨ। ਤਾਂ ਇਹਦੇ ਡੈਫੀਨੇਸ਼ਨ ਆ ਦੇਖੋ, when the breakdown of glucose occur by using oxygen it is called aerobic respiration। ਉਹਦੀ ਆਹ ਨੀਚੇ ਕੀ ਆ ਆਪਣੇ ਕੋਲ ਰਿਐਕਸ਼ਨ ਹੈ। ਇੱਕ ਬੇਟਾ ਦੂਜੇ ਤਰ੍ਹਾਂ ਦੀ ਰੈਸਪੀਰੇਸ਼ਨ ਹੁੰਦੀ ਆ ਜਿਹ 'ਚ ਆਪਾਂ ਨੂੰ ਨਹੀਂ, ਬੇਸਿਕਲੀ ਇਹ ਇਨਸਾਨਾਂ ਜਾਂ ਜਾਨਵਰਾਂ 'ਚ ਬਹੁਤ ਘੱਟ ਦੇਖਣ ਨੂੰ ਮਿਲਦੀ ਆ। ਇਹ ਜ਼ਿਆਦਾਤਰ ਮਾਈਕਰੋ ਔਰਗੈਨਿਜ਼ਮਸ ਦੇ ਵਿੱਚ ਦੇਖਣ ਨੂੰ ਮਿਲਦੀ ਆ। ਇਹ ਜਿਹੜੇ ਮਾਈਕਰੋ ਔਰਗੈਨਿਜ਼ਮ ਹੁੰਦੇ ਨੇ, ਜਿਵੇਂ ਯੀਸਟ ਜਿਹਨੂੰ ਆਪਾਂ ਫੰਗਸ ਕਹਿ ਦਿੰਦੇ ਹਾਂ, ਅਤੇ ਬੈਕਟੀਰੀਆ ਵਗੈਰਾ 'ਚ ਇਹ ਹੁੰਦੀ ਆ। ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਬੇਟਾ ਆਪਾਂ ਨੂੰ ਨਾ ਉਹਨਾਂ ਨੂੰ ਆਕਸੀਜਨ ਦੀ ਲੋੜ ਨਹੀਂ ਪੈਂਦੀ ਆਪਦਾ ਭੋਜਨ ਤੋੜਨ ਵਾਸਤੇ। ਠੀਕ ਹੈ, ਅਤੇ ਉਹਦੇ ਵਿੱਚ ਕੀ ਆ, ਗਲੂਕੋਜ਼ ਕੈਨ ਆਲਸੋ ਵੀ ਬ੍ਰੋਕਨ ਡਾਊਨ ਵਿਦਾਊਟ ਚੂਡਿੰਗ ਆਕਸੀਜਨ, ਦਿਸ ਇਜ਼ ਕਾਲਡ ਐਨਾਰੋਬਿਕ ਰੈਸਪੀਰੇਸ਼ਨ। ਉਸ ਤਰ੍ਹਾਂ ਦੀ ਰੈਸਪੀਰੇਸ਼ਨ ਨੂੰ ਆਪਾਂ ਕੀ ਕਹਿੰਦੇ ਹਾਂ, ਐਨਾਰੋਬਿਕ ਰੈਸਪੀਰੇਸ਼ਨ ਕਹਿੰਦੇ ਹਾਂ, ਜਿੱਥੇ ਆਪਣੇ ਕੋਲ ਗਲੂਕੋਜ਼ ਨੂੰ ਤੋੜਨ ਲਈ ਕਿਹਦੀ ਲੋੜ ਨਾ ਪਵੇ, ਆਕਸੀਜਨ ਦੀ ਲੋੜ ਨਾ ਪਵੇ। ਠੀਕ ਹੈ ਜੀ, ਤਾਂ ਦ ਔਰਗੈਨਿਜ਼ਮ ਵਿਚ ਡੂ ਨਾਟ ਰਿਕੁਆਇਰ ਆਕਸੀਜਨ ਟੂ ਪ੍ਰੋਡਿਊਸ ਐਨਰਜੀ ਆਰ ਕਾਲਡ ਐਨਾਰੋਬਿਕ ਔਰਗੈਨਿਜ਼ਮਸ। ਠੀਕ ਹੈ, ਜਾਂ ਜਿਹਨੂੰ ਆਪਾਂ ਐਨਾਰੋਬ ਕਹਿ ਦਿੰਦੇ ਹਾਂ। ਤਾਂ ਉੱਥੇ ਕੀ ਹੁੰਦਾ ਬੇਟਾ, ਜਦੋਂ ਆਪਾਂ ਆਕਸੀਜਨ ਦੀ ਲੈਸ ਅਮਾਊਂਟ ਜਾਂ ਬਿਨਾਂ ਆਕਸੀਜਨ ਤੋਂ ਫੂਡ ਬ੍ਰੇਕਡਾਊਨ ਹੁੰਦਾ, ਤਾਂ ਉੱਥੇ ਹੁੰਦਾ ਜਿਹੜਾ ਗਲੂਕੋਜ਼ ਹੁੰਦਾ ਹੈਗਾ ਉਹ ਇਥਾਈਲ ਐਲਕੋਹਲ, ਕਾਰਬਨ ਡਾਈਆਕਸਾਈਡ ਅਤੇ ਐਨਰਜੀ 'ਚ ਬ੍ਰੇਕਡਾਊਨ ਹੋ ਜਾਂਦਾ। ਐਰੋਬਿਕ ਰੈਸਪੀਰੇਸ਼ਨ 'ਚ ਕੀ ਹੁੰਦਾ, ਗਲੂਕੋਜ਼ ਪਲੱਸ ਆਕਸੀਜਨ ਗੈਸ, ਕਿਹਦੇ 'ਚ ਹੁੰਦਾ, ਕਾਰਬਨ ਡਾਈਆਕਸਾਈਡ, ਵਾਟਰ ਐਂਡ ਐਨਰਜੀ। ਇਹਦੇ ਵਿੱਚ ਹੁੰਦਾ ਹੈਗਾ ਗਲੂਕੋਜ਼ ਵਿਦਾਊਟ ਆਕਸੀਜਨ। ਦੇਖੋ ਹੁਣ ਇੱਥੇ ਆਕਸੀਜਨ ਕਿਤੇ ਨਹੀਂ ਲਿਖਿਆ ਹੋਇਆ, ਐਨਾਰੋਬਿਕ ਰੈਸਪੀਰੇਸ਼ਨ ਲਿਖਿਆ ਹੋਇਆ। ਇਥਾਈਲ ਐਲਕੋਹਲ ਮਤਲਬ ਸ਼ਰਾਬ, ਇਹ ਸ਼ਰਾਬ ਬਣਦੀ ਆ ਬੇਟਾ ਇਹ। ਠੀਕ ਹੈ, ਜਿਹੜਾ ਯੀਸਟ ਹੁੰਦਾ ਨਾ, ਯੀਸਟ ਸ਼ਰਾਬ ਬਣਾਉਂਦਾ, ਉਹ ਇਹੀ ਪ੍ਰੋਸੈਸ ਨਾਲ ਬਣਦੀ ਆ, ਇਥਾਈਲ ਐਲਕੋਹਲ ਪਲੱਸ ਕਾਰਬਨ ਡਾਈਆਕਸਾਈਡ ਪਲੱਸ ਐਨਰਜੀ। ਠੀਕ ਹੈ, ਕਾਰਬਨ ਡਾਈਆਕਸਾਈਡ, ਐਨਰਜੀ ਅਤੇ ਇਥਾਈਲ ਐਲਕੋਹਲ ਇਹਦੇ ਵਿੱਚ ਰਿਲੀਜ਼ ਹੁੰਦਾ। ਦਿਸ ਇਜ਼ ਕਾਲਡ ਐਨਾਰੋਬਿਕ ਰੈਸਪੀਰੇਸ਼ਨ। ਠੀਕ ਹੈ ਜੀ, ਤਾਂ ਆਪਣੀ ਬੋਡੀ ਦੇ ਵਿੱਚ ਐਨਾਰੋਬਿਕ ਇਹਦੇ ਨਾਲ ਕੀ ਕੁਛ ਬਣਦਾ, ਅਤੇ ਐਨਾਰੋਬਿਕ ਰੈਸਪੀਰੇਸ਼ਨ ਨਾਲ ਬੇਟਾ ਜਿਹੜੇ ਤੁਹਾਡੇ ਬ੍ਰੈਡ ਵਗੈਰਾ ਨੇ ਨਾ, ਬ੍ਰੈਡ, ਇਡਲੀ, ਡੋਸਾ, ਇਹ ਵੀ ਐਨਾਰੋਬਿਕ ਰੈਸਪੀਰੇਸ਼ਨ ਨਾਲ ਹੀ ਬਣਦੇ ਨੇ। ਯੀਸਟ ਕੀ ਆ, ਯੀਸਟ ਇਹਦੀ ਐਗਜ਼ਾਮਪਲ ਆ ਜਿਹਦੇ ਵਿੱਚ ਐਨਾਰੋਬਿਕ ਰੈਸਪੀਰੇਸ਼ਨ ਹੁੰਦੀ ਆ। ਤਾਂ ਇਹ ਲਾਈਨ ਵੀ ਟਿਕ ਕਰ ਲਿਓ, ਯੀਸਟ ਇਜ਼ ਅ ਸਿੰਗਲ ਸੈਲਡ ਔਰਗੈਨਿਜ਼ਮ ਦੈਟ ਰੈਸਪਾਇਰ ਐਨਾਰੋਬਿਕਲੀ, ਮਤਲਬ ਆਕਸੀਜਨ ਦੀ ਪ੍ਰੈਜੈਂਸ ਤੋਂ ਬਿਨਾਂ ਹੀ ਇਹ ਰਿਸਪਾਇਰ ਕਰ ਜਾਂਦਾ ਅਤੇ ਐਨਰਜੀ ਕੱਢ ਲੈਂਦਾ। ਪਰ ਇਹ 'ਚ ਜਿਹੜੀ ਐਨਰਜੀ ਪ੍ਰੋਡਿਊਸ ਹੁੰਦੀ ਆ ਉਹ ਬਹੁਤ ਘੱਟ ਹੁੰਦੀ ਆ। ਠੀਕ ਹੈ, ਇਹਦੀ ਮਾਤਰਾ ਐਰੋਬਿਕ ਰੈਸਪੀਰੇਸ਼ਨ 'ਚ ਜਿਹੜੀ ਐਨਰਜੀ ਹੁੰਦੀ ਆ ਉਹਦੇ ਹਿਸਾਬ ਨਾਲ ਕੀ ਹੁੰਦੀ ਆ, ਬਹੁਤ ਜ਼ਿਆਦਾ ਘੱਟ ਹੁੰਦੀ ਆ। ਨੈਕਸਟ ਦੇਖੋ ਬੇਟਾ, ਐਨੋਬਿਕ ਰੈਸਪੀਰੇਸ਼ਨ ਆਪਣੇ ਹਿਊਮਨਸ ਦੇ ਵਿੱਚ ਵੀ ਹੁੰਦੀ ਆ, ਪਰ ਕਦੋਂ ਹੁੰਦੀ ਆ, ਜਦੋਂ ਬੇਟਾ ਆਪਾਂ ਬਹੁਤ ਤੇਜ਼ੀ ਨਾਲ ਭੱਜਦੇ ਹਾਂ, ਕੋਈ ਵਾਈਗਰਸ ਐਕਟੀਵਿਟੀ ਕਰਦੇ ਹਾਂ ਜਾਂ ਖੇਡਦੇ ਹਾਂ। ਉਹਦੇ ਨਾਲ ਕੀ ਹੁੰਦਾ, ਆਪਣੀ ਬੋਡੀ ਦੇ ਵਿੱਚ ਨਾ ਜਿੱਥੇ ਜਿੱਥੇ ਸੈੱਲ ਹੁੰਦੇ ਨੇ ਉੱਥੇ ਉੱਥੇ ਪੂਰਨ ਤੌਰ 'ਤੇ ਆਪਣੇ ਕੋਲ ਆਕਸੀਜਨ ਨਹੀਂ ਪਹੁੰਚਦੀ, ਅਤੇ ਜੇ ਪੂਰਨ ਤੌਰ 'ਤੇ ਆਕਸੀਜਨ ਨਹੀਂ ਪਹੁੰਚੂਗੀ ਅਤੇ ਆਪਾਂ ਨੂੰ ਐਨਰਜੀ ਦੀ ਲੋੜ ਤਾਂ ਹੈਗੀ ਆ, ਕਿਉਂਕਿ ਆਪਾਂ ਭੱਜ ਰਹੇ ਹਾਂ, ਆਪਾਂ ਨੂੰ ਊਰਜਾ ਦੀ ਜ਼ਰੂਰਤ ਤਾਂ ਹੈਗੀ ਆ, ਤਾਂ ਉੱਥੇ ਆਪਣੇ ਮਸਲਸ ਦੇ ਵਿੱਚ, ਆਪਣੇ ਜਿਹੜੇ ਮਸਲਸ ਨੇ ਨਾ, ਇਹਨਾਂ ਦੇ ਵਿੱਚ ਕਿਹੜੀ ਰੈਸਪੀਰੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ, ਐਨਾਰੋਬਿਕ ਰੈਸਪੀਰੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ। ਤਾਂ ਕਰਕੇ ਆਪਣੇ ਬੋਡੀ ਦੇ ਵਿੱਚ ਕੀ ਵੱਧ ਜਾਂਦਾ, ਲੈਕਟਿਕ ਐਸਿਡ ਵੱਧ ਜਾਂਦਾ। ਕੀ ਵੱਧ ਜਾਂਦਾ ਪੁੱਤ, ਲੈਕਟਿਕ ਐਸਿਡ ਆਪਣੇ ਮਸਲਸ ਦੇ ਵਿੱਚ ਵੱਧ ਜਾਂਦਾ, ਅਤੇ ਉਹ ਕਰਕੇ ਆਪਣੇ ਮਸਲ ਫਿਰ ਦੁਖਣ ਲੱਗ ਜਾਂਦੇ ਨੇ। ਜਦੋਂ ਵੀ ਆਪਾਂ ਕਾਫੀ ਤੇਜ਼ ਭੱਜ ਲਈਏ, ਥੋੜ੍ਹੇ ਟਾਈਮ ਬਾਅਦ ਜਦੋਂ ਆਪਾਂ ਰੈਸਟ ਕਰਦੇ ਹਾਂ ਤਾਂ ਆਪਾਂ ਨੂੰ ਲੱਗਦਾ ਵੀ ਆਪਣੇ ਜਿਹੜੇ ਮਸਲ ਨੇ ਉਹ ਕੀ ਹੋ ਰਹੇ ਨੇ, ਦੁਖ ਰਹੇ ਨੇ, ਉਹਨਾਂ 'ਚ ਚੀਜ਼ ਪੈਂਦੀ ਆ। ਉਹ ਚੀਜ਼ ਕਿਉਂ ਪੈਂਦੀ ਹੁੰਦੀ ਆ, ਉਹ ਲੈਕਟਿਕ ਐਸਿਡ ਕਰਕੇ ਪੈਂਦੀ ਆ। ਅਤੇ ਆਪਣੀ ਜਿਹੜੀ ਬੋਡੀ ਆ ਉਹਦੇ ਵਿੱਚ ਕਿਸ ਤਰ੍ਹਾਂ ਦੀ ਰੈਸਪੀਰੇਸ਼ਨ ਹੁੰਦੀ ਆ, ਉਹਦੇ ਵਿੱਚ ਹੁੰਦੀ ਆ ਜਦੋਂ ਆਪਾਂ ਵਾਈਗਰਸ ਐਕਟੀਵਿਟੀ ਕਰਦੇ ਹਾਂ ਉਦੋਂ ਹੁੰਦੀ ਹੈਗੀ ਐਨਾਰੋਬਿਕ ਰੈਸਪੀਰੇਸ਼ਨ। ਤਾਂ ਉਹਦੀ ਜਿਹੜੀ ਆਪਣੇ ਕੋਲ ਉਹ ਹੈਗੀ ਕੀ ਕਹਿੰਦੇ ਹੁੰਦੇ ਨੇ ਰਿਐਕਸ਼ਨ ਆ, ਉਹ ਆ ਗਈ ਗਲੂਕੋਜ਼ ਇਨ ਮਸਲ ਸੈਲਸ। ਇਹ ਮਸਲ ਸੈੱਲ ਦੇ ਵਿੱਚ ਹੁੰਦੀ ਆ। ਇਨ ਦ ਐਬਸੈਂਸ ਆਫ ਆਕਸੀਜਨ ਗਿਵ ਰਾਈਜ਼ ਟੂ ਲੈਕਟਿਕ ਐਸਿਡ ਪਲੱਸ ਐਨਰਜੀ। ਇਹਦੇ ਨਾਲ ਲੈਕਟਿਕ ਐਸਿਡ ਅਤੇ ਐਨਰਜੀ ਮਿਲਦੀ ਆ। ਐਨਰਜੀ ਤਾਂ ਮਿਲਦੀ ਆ, ਨਾਲ ਦੀ ਨਾਲ ਲੈਕਟਿਕ ਐਸਿਡ ਮਿਲਦਾ। ਉਹ ਲੈਕਟਿਕ ਐਸਿਡ ਆਪਣੇ ਮਸਲ ਦੇ ਵਿੱਚ ਜਮ੍ਹਾਂ ਹੋ ਜਾਂਦਾ, ਜਿਹਦੇ ਕਰਕੇ ਆਪਣੇ ਮਸਲ ਕੀ ਹੋ ਜਾਂਦੇ ਨੇ, ਸਖਤ ਹੋ ਜਾਂਦੇ ਨੇ, ਦੁਖਣ ਲੱਗ ਜਾਂਦੇ ਨੇ। ਠੀਕ ਹੈ, ਤਾਂ ਆਪਾਂ ਇਹ ਪੜ੍ਹਾਂਗੇ
एनारोबिक रेस्पिरेशन आल्सो टेक्स प्लेस इन अवर मसल वैन ऑक्सीजन इज़ नॉट अवेलेबल। कहना ਜਦੋਂ ज़्यादा मात्रा 'ਚ ਆਕਸੀਜਨ ਨਾ ਹੋਵੇ ਨਾ ਤਾਂ ਆਪਣੇ ਮਸਲਸ ਦੇ ਵਿੱਚ ਵੀ ਕੀ ਹੋ ਜਾਂਦਾ, ਐਨਾਰੋਬਿਕ ਰੈਸਪੀਰੇਸ਼ਨ ਹੋ ਗਿਆ। ਡਿਊਰਿੰਗ ਹੈਵੀ ਐਕਸਰਸਾਈਜ਼ ਲਾਈਕ ਰਨਿੰਗ, ਸਾਈਕਲਿੰਗ, ਬ੍ਰਿਸਕ ਵਾਕਿੰਗ ਔਰ ਹੈਵੀ ਵੇਟ ਲਿਫਟਿੰਗ। ਇਹ ਕਦੋਂ ਹੁੰਦੀ ਆ, ਜਦੋਂ ਆਪਾਂ ਭੱਜਦੇ ਹਾਂ, ਕੋਈ ਜ਼ਿਆਦਾ ਹੈਵੀ ਐਕਸਰਸਾਈਜ਼ ਕਰਦੇ ਹਾਂ। ਦ ਡਿਮਾਂਡ ਆਫ ਐਨਰਜੀ ਇਨਕਰੀਜ਼ਿਜ਼, ਆਪਣੀ ਬੋਡੀ 'ਚ ਐਨਰਜੀ ਦੀ ਡਿਮਾਂਡ ਇਨਕਰੀਜ਼ ਕਰ ਜਾਂਦੀ ਆ। ਬਟ ਦ ਸਪਲਾਈ ਆਫ ਐਨਰਜੀ, ਠੀਕ ਹੈ, ਬਟ ਦ ਸਪਲਾਈ ਆਫ ਆਕਸੀਜਨ ਟੂ ਪ੍ਰੋਡਿਊਸ ਐਨਰਜੀ ਇਜ਼ ਨੋਟ ਸਫੀਸ਼ੀਐਂਟ। ਕਿਉਂਕਿ ਆਪਾਂ ਭੱਜ ਭੁੱਜ ਰਹੇ ਹਾਂ ਤਾਂ ਕਰਕੇ ਆਪਣੀ ਹਰੇਕ ਬੋਡੀ ਦੇ ਹਰੇਕ ਸੈੱਲ ਤੱਕ ਆਕਸੀਜਨ ਦੀ ਪਹੁੰਚ ਘੱਟ ਜਾਂਦੀ ਆ। ਦੈਨ ਫਿਰ ਕੀ ਹੁੰਦਾ, ਐਨਰਜੀ ਚਾਹੀਦੀ ਆ, ਆਕਸੀਜਨ ਜਾ ਨਹੀਂ ਰਹੀ, ਤਾਂ ਆਪਣੀ ਬੋਡੀ ਦੇ ਵਿੱਚ ਕਿਹੜੀ ਰੈਸਪੀਰੇਸ਼ਨ ਸ਼ੁਰੂ ਹੋ ਜੂਗੀ, ਐਨਾਰੋਬਿਕ ਰੈਸਪੀਰੇਸ਼ਨ ਸ਼ੁਰੂ ਹੋਊ। ਦੈਨ ਦ ਐਨਾਰੋਬਿਕ ਰੈਸਪੀਰੇਸ਼ਨ ਟੇਕਸ ਪਲੇਸ in the muscle cells to fulfill the demand of energy. Lactic acid is produced during the process। ਨਾਲ ਦੀ ਨਾਲ ਕੀ ਪ੍ਰੋਡਿਊਸ ਹੁੰਦਾ, ਲੈਕਟਿਕ ਐਸਿਡ, ਤੇ ਇਸੇ ਲੈਕਟਿਕ ਐਸਿਡ ਕਰਕੇ ਆਪਣਾ ਮਸਲ ਹੁੰਦਾ ਜਿਹੜਾ ਉਹ ਕੀ ਹੋ ਜਾਂਦਾ, ਦੁਖਣ ਲੱਗ ਜਾਂਦਾ। ਯੂ ਮਾਈਟ ਹੈਵ ਐਕਸਪੀਰੀਅੰਸ ਮਸਲ ਕ੍ਰੈਂਪਸ। ਕ੍ਰੈਂਪਸ ਮਤਲਬ ਮਸਲ ਦੇ ਵਿੱਚ ਉਹ ਆਪਣਾ ਦੁਖਣਾ ਮਸਲ ਦਾ, ਠੀਕ ਹੈ। ਤਾਂ ਕ੍ਰੈਂਪ ਤੁਸੀਂ ਮਹਿਸੂਸ ਕਰਦੇ ਹੋਵੋਗੇ ਆਫਟਰ ਹੈਵੀ ਐਕਸਰਸਾਈਜ਼, ਹੈ ਨਾ। ਯੂ ਹੈਵ ਈਵਨ ਥੋਟ ਵਾਈ ਯੂ ਗੈਟ ਮਸਲ ਕ੍ਰੈਂਪ ਆਫਟਰ ਰੇਸ। ਕਹਿੰਦਾ ਤੁਸੀਂ ਇਹ ਵੀ ਸੋਚਦੇ ਹੋਵੋਗੇ ਵੀ ਭੱਜਣ ਤੋਂ ਬਾਅਦ ਤੁਹਾਡੇ ਕਿਉਂ ਜਿਹੜੇ ਮਸਲਸ ਨੇ ਉਹ ਦੁਖਣ ਕਿਉਂ ਲੱਗ ਜਾਂਦੇ ਨੇ। ਇਟ ਹੈਪਨ ਬਿਕੋਜ਼ ਆਫ ਦਾ ਐਨਾਰੋਬਿਕ ਰੈਸਪੀਰੇਸ਼ਨ ਆਫ ਮਸਲ ਸੈੱਲ। ਕਹਿੰਦਾ ਇਹ ਕਿਉਂ ਹੁੰਦਾ ਗਾ, ਇਹ ਤਾਂ ਹੀ ਹੁੰਦਾ ਕਿਉਂਕਿ ਮਸਲ ਸੈੱਲ ਦੇ ਵਿੱਚ ਐਨਾਰੋਬਿਕ ਰੈਸਪੀਰੇਸ਼ਨ ਹੁੰਦੀ ਹੈ। ਦ ਪਾਰਸ਼ੀਅਲ ਬ੍ਰੇਕਡਾਊਨ ਆਫ ਗਲੂਕੋਜ਼ ਇਨ ਦ ਐਬਸੈਂਸ ਆਫ ਆਕਸੀਜਨ ਪ੍ਰੋਡਿਊਸ ਲੈਕਟਿਕ ਐਸਿਡ। ਠੀਕ ਹੈ, ਇਹੀ ਲੈਕਟਿਕ ਐਸਿਡ ਪੈਦਾ ਕਰਦੀ ਆ, ਕਿਉਂਕਿ ਇਹਦੇ ਵਿੱਚ ਗਲੂਕੋਜ਼ ਚੰਗੀ ਤਰ੍ਹਾਂ ਨਾਲ ਬ੍ਰੇਕਡਾਊਨ ਨਹੀਂ ਹੋਇਆ ਹੁੰਦਾ ਤਾਂ ਉਹ ਲੈਕਟਿਕ ਐਸਿਡ ਬਣ ਜਾਂਦਾ। ਦ ਅਕਮੂਲੇਸ਼ਨ ਮਤਲਬ ਜਮ੍ਹਾਂ ਹੋਣਾ। ਦ ਅਕਮੂਲੇਸ਼ਨ ਆਫ ਲੈਕਟਿਕ ਐਸਿਡ ਕਾਜ਼ਜ਼ ਮਸਲ ਕ੍ਰੈਂਪ। ਠੀਕ ਹੈ, ਇਹੀ ਅਕਮੂਲੇਸ਼ਨ ਲੈਕਟਿਕ ਐਸਿਡ ਦਾ ਆਪਣੇ ਮਸਲ ਦੇ ਵਿੱਚ ਕੀ ਪੈਦਾ ਕਰਦਾ ਗਾ, ਮਸਲ ਦੇ ਵਿੱਚ ਦਰਦ ਪੈਦਾ ਕਰਦਾ, ਮਸਲ ਕ੍ਰੈਂਪਸ ਪੈਦਾ ਕਰਦਾ ਗਾ। ਠੀਕ ਹੈ, ਫਿਰ ਕਹਿੰਦਾ ਥੋੜ੍ਹੇ ਟਾਈਮ ਬਾਅਦ ਤੁਸੀਂ ਰਿਲੀਫ ਫੀਲ ਕਰਦੇ ਹੋਵੋਗੇ, ਤੁਸੀਂ ਨਹਾ ਲੈਂਦੇ ਹੋ ਜਾਂ ਉੱਥੇ ਉਹਨੂੰ ਮਸਾਜ ਕਰ ਲੈਂਦੇ ਹੋ ਚੱਜ ਨਾਲ। ਇਹ ਕਿਉਂ ਹੁੰਦਾ ਗਾ, ਕਹਿੰਦਾ ਵੈਨ ਵੀ ਕੈਨ ਗੈਟ ਰਿਲੀਫ ਫਰੋਮ ਕ੍ਰੈਂਪਸ ਆਫਟਰ ਹੌਟ ਬਾਥ ਔਰ ਜੈਂਟਲ ਮਸਾਜ ਔਰ ਹੌਟ ਬਾਥ ਇੰਪਰੂਵ ਦਾ ਸਰਕੂਲੇਸ਼ਨ ਆਫ ਬਲੱਡ ਐਂਡ ਦਿਸ ਇਨਕਰੀਜ਼ਿਜ਼ ਦਾ ਸਪਲਾਈ ਆਫ ਆਕਸੀਜਨ। ਤਾਂ ਕਰਕੇ ਜਦੋਂ ਆਪਾਂ ਉਹਨੂੰ ਨਾ ਉੱਥੇ ਮਸਲਦੇ ਹਾਂ, ਉਹਨੂੰ ਆਪਣੇ ਮਸਲ ਨੂੰ ਆਪਾਂ ਉਹਦੀ ਮਾਲਿਸ਼ ਕਰਦੇ ਹਾਂ, ਉਦੋਂ ਕਹਿੰਦਾ ਫਿਰ ਖੂਨ ਆ ਜਾਂਦਾ ਉਹਦੇ ਵਿੱਚ। ਖੂਨ ਆ ਗਿਆ, ਖੂਨ ਨਾਲ ਕੀ ਲੈ ਕੇ ਆਊਗਾ, ਆਕਸੀਜਨ ਲੈ ਕੇ ਆਊ। ਉਹਦੇ ਨਾਲ ਜਿਹੜਾ ਲੈਕਟਿਕ ਐਸਿਡ ਆ ਉਹ ਦੁਬਾਰੇ ਕਿਹਦੇ ਵਿੱਚ ਕਨਵਰਟ ਹੋ ਜਾਊਗਾ, ਕਾਰਬਨ ਡਾਈਆਕਸਾਈਡ ਅਤੇ ਵਾਟਰ 'ਚ ਕਨਵਰਟ ਹੋ ਜਾਊਗਾ, ਅਤੇ ਨਾਲ ਦੀ ਨਾਲ ਐਨਰਜੀ ਵੀ ਰਿਲੀਜ਼ ਕਰੂਗਾ। ਤਾਂ ਉੱਥੇ ਜਿਹੜਾ ਕ੍ਰੈਂਪ ਹੋਇਆ ਆਪਾਂ ਨੂੰ ਜਿਹੜਾ ਉਹ ਦੁਖ ਰਿਹਾ ਹੈਗਾ ਮਸਲ, ਉਹ ਆਪਣਾ ਠੀਕ ਹੋ ਜਾਊਗਾ। ਰਿਜ਼ਲਟ ਇਟ ਫਰਦਰ ਬ੍ਰੇਕਡਾਊਨ ਲੈਕਟਿਕ ਐਸਿਡ ਇਨਟੂ ਕਾਰਬਨ ਡਾਈਆਕਸਾਈਡ ਐਂਡ ਵਾਟਰ, ਅਤੇ ਆਪਾਂ ਰਿਲੀਫ ਫੀਲ ਕਰਾਂਗੇ। ਰਿਲੀਫ ਦਾ ਮਤਲਬ ਆਪਾਂ ਸੁੱਖ ਦਾ ਸਾਹ ਲਵਾਂਗੇ ਵੀ ਹਾਂ ਹੁਣ ਠੀਕ ਆਗਾ, ਹੁਣ ਆਪਣਾ ਜਿਹੜਾ ਮਸਲਾ ਉਹ ਕੀ ਹੋ ਰਿਹਾ, ਦੁੱਖ ਨਹੀਂ ਰਿਹਾ। ਠੀਕ ਹੈ, ਫਿਰ ਆਪਾਂ ਬੇਟਾ ਇਹ ਤਾਂ ਗੱਲ ਕੀਤੀ ਰੈਸਪੀਰੇਸ਼ਨ ਦੀ। ਰੈਸਪੀਰੇਸ਼ਨ 'ਚ ਆਪਾਂ ਨੂੰ ਇੱਕ ਗੱਲ ਪਤਾ ਲੱਗ ਗਈ ਵੀ ਆਕਸੀਜਨ ਜ਼ਰੂਰੀ ਆ। ਠੀਕ ਹੈ, ਹੁਣ ਇਹ ਆਕਸੀਜਨ ਆਪਣੀ ਬੋਡੀ 'ਚ ਜਾਂਦੀ ਕਿਵੇਂ ਆ, ਸੈੱਲਾਂ ਤੱਕ ਕਿਵੇਂ ਪਹੁੰਚਦੀ ਆ, ਉਹ ਪ੍ਰੋਸੈਸ ਹੈਗੀ ਬਰੀਥਿੰਗ। ਠੀਕ ਹੈ, ਬਰੀਥਿੰਗ ਮਤਲਬ ਸਾਹ ਕਿਰਿਆ। ਸਾਹ ਕਿਰਿਆ 'ਚ ਦੋ ਸਟੈਪ ਨੇਗੇ, ਇਨਹੇਲੇਸ਼ਨ ਅਤੇ ਐਕਸੇਲੇਸ਼ਨ। ਇਨਹੇਲੇਸ਼ਨ ਦਾ ਮਤਲਬ ਆ ਸਾਹ ਅੰਦਰ ਲੈਣਾ, ਐਕਸੇਲੇਸ਼ਨ ਮਤਲਬ ਆ ਸਾਹ ਬਾਹਰ ਕੱਢਣਾ। ਠੀਕ ਹੈ ਜੀ, ਇਨਹੇਲੇਸ਼ਨ ਕਿਵੇਂ ਹੁੰਦੀ ਆ ਬੇਟਾ, ਆਪਣੇ ਨਾ ਛਾਤੀ ਆ ਜਿਹੜੀ, ਚੈਸਟ ਕਹਿੰਦੇ ਇਹਨੂੰ ਆਪਾਂ, ਇਹ ਵਿੱਚੋਂ ਖਾਲੀ ਹੁੰਦੀ ਆ ਅਤੇ ਇਹਦੇ ਵਿੱਚ ਫੇਫੜੇ ਭਰੇ ਹੁੰਦੇ ਨੇਗੇ, ਫੇਫੜੇ ਹੈ ਨਾ, ਲੰਗਸ ਬੋਲਦੇ ਉਹਨਾਂ ਨੂੰ ਆਪਾਂ। ਇਹ ਫੇਫੜਿਆਂ ਨੂੰ ਆਲੇ ਦੁਆਲੇ ਕਿਹਨੇ ਘੇਰਿਆ ਹੁੰਦਾ, ਰਿਬ ਕੇਜ ਨੇ ਘੇਰਿਆ ਹੁੰਦਾ। ਆਪਣੇ ਹੱਡੀਆਂ ਹੁੰਦੀਆਂ ਨੇ ਨਾ ਇੱਥੇ ਛਾਤੀ 'ਚ, ਉਹਨਾਂ ਨੂੰ ਬੋਲਦੇ ਆ ਰਿਬ ਕੇਜ। ਠੀਕ ਹੈ, ਉਹਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਹੁੰਦੀ ਆ ਫੇਫੜਿਆਂ ਨੂੰ, ਆਪਣੀਆਂ ਹੱਡੀਆਂ ਨੇ। ਠੀਕ ਹੈ, ਉਦੋਂ ਨੀਚੇ ਬੇਟਾ ਜਿੱਥੇ ਆਪਣਾ ਢਿੱਡ ਸ਼ੁਰੂ ਹੁੰਦਾ, ਪੇਟ ਦੇ ਨੀਚੇ ਨਾ ਇੱਕ ਆਪਣੇ ਕੋਲ ਮੈਂਬਰੇਨ ਹੁੰਦੀ ਆ, ਪੂਰੇ ਢਿੱਡ ਨੂੰ ਕਵਰ ਕਰਦੀ ਆ। ਉਹ ਫੇਫੜਿਆਂ ਨੂੰ ਉਹ ਕੀ ਕਰਦੀ ਆ, ਉਹ ਫੇਫੜਿਆਂ ਨੂੰ ਆਪਣੇ ਢਿੱਡ ਤੋਂ ਰੱਖਦੀ ਆ, ਅਲੱਗ ਕਰਦੀ ਆ, ਅਤੇ ਉਹ ਮੈਂਬਰੇਨ ਦਾ ਨਾਮ ਹੁੰਦਾ ਡਾਇਫਰਾਮ। ਕੀ ਹੁੰਦਾ ਉਹਦਾ ਨਾਮ, ਡਾਇਫਰਾਮ। ਬੇਟਾ ਉਹ ਡਾਇਫਰਾਮ ਕੀ ਕਰਦੀ ਆ, ਜਦੋਂ ਆਪਾਂ ਸਾਹ ਲੈਂਦੇ ਹਾਂ ਨਾ, ਉਦੋਂ ਡਾਇਫਰਾਮ ਅਤੇ ਰਿਬ ਕੇਜ ਇਹ ਦੋਨੇ ਕੰਮ ਕਰਦੇ ਨੇ। ਫੋਰ ਐਗਜ਼ਾਮਪਲ ਜਦੋਂ ਮੈਂ ਸਾਹ ਅੰਦਰ ਲੈਂਦਾ, ਤੁਸੀਂ ਸਾਰੇ ਮਹਿਸੂਸ ਕਰੋ, ਅੰਦਰ ਖਿੱਚੋ ਸਾਹ, ਆਪਣਾ ਕੀ ਹੋ ਗਿਆ, ਰਿਬ ਕੇਜ ਚੌੜਾ ਹੋ ਗਿਆ, ਬਾਹਰ ਨੂੰ ਨਿਕਲਿਆ ਆ। ਠੀਕ ਹੈ, ਅਤੇ ਜਿਹੜਾ ਡਾਇਫਰਾਮ ਆ ਇੱਥੇ ਨੀਚੇ ਦੇਖੋ, ਇੱਥੇ ਜਿੱਥੇ ਨਾ ਤੁਹਾਡਾ ਆਹ ਛਾਤੀ ਖਤਮ ਹੁੰਦੀ ਆ, ਉੱਥੇ ਤੁਸੀਂ ਦੇਖੋ ਹੱਥ ਲਾ ਕੇ, ਉੱਥੋਂ ਵੀ ਇੱਕ ਚੀਜ਼ ਫੁੱਲ ਰਹੀ ਹੋਊਗੀ। ਉਹ ਡਾਇਫਰਾਮ ਆ ਜਿਹੜਾ, ਉਹ ਨੀਚੇ ਨੂੰ ਖਿੱਚਿਆ ਜਾਂਦਾ ਗਾ। ਉਹ ਕੀ ਹੋ ਜਾਂਦਾ, ਨੀਚੇ ਨੂੰ ਖਿੱਚਿਆ ਜਾਂਦਾ। ਉਹਦੇ ਨਾਲ ਛਾਤੀ ਆ ਜਿਹੜੀ ਉਹ ਫੈਲ ਜਾਂਦੀ ਆ, ਉਹਦੇ ਕਰਕੇ ਉਹ ਫੈਲਣ ਕਰਕੇ ਉੱਥੇ ਨਾ ਘੱਟ ਪ੍ਰੈਸ਼ਰ ਪੈਦਾ ਹੋ ਜਾਂਦਾ, ਜਿਹਦੇ ਕਰਕੇ ਬਾਹਰਲੇ ਪਾਸਿਓਂ ਕੀ ਹੁੰਦੀ ਆ, ਆਕਸੀਜਨ ਆਪਣੀ ਨੱਕ 'ਚ ਵੜ ਕੇ ਉਦੋਂ ਬਾਅਦ ਕਿੱਥੇ ਆ ਜਾਂਦੀ ਆ, ਫੇਫੜਿਆਂ 'ਚ ਆ ਜਾਂਦੀ ਆ। ਹੁਣ ਜਦੋਂ ਮੈਂ ਸਾਹ ਬਾਹਰ ਕੱਢੂੰ ਬੇਟਾ, ਆਪਣੇ ਫੇਫੜੇ ਵਿੱਚ ਨੂੰ ਪਿਚਕ ਜਾਂਦੇ ਨੇ।
ठीक है। अपनी जिहड़ी ਉਹ ਹੁੰਦੀ ਆ ਆਪਣਾ ਜਿਹੜਾ ਡਾਇਫਰਾਮ ਹੁੰਦਾ ਪਹਿਲਾਂ ਉਹ ਨੀਚੇ ਨੂੰ ਖਿੱਚਿਆ ਗਿਆ ਸੀ ਨਾ, ਢਿੱਡ ਵੱਲ ਨੂੰ ਗਿਆ ਸੀ, ਹੁਣ ਉਹ ਉੱਪਰ ਨੂੰ ਆ ਜਾਊਗਾ। ਇਹਦੇ ਨਾਲ ਕੀ ਹੋ ਗਿਆ, ਫੇਫੜਿਆਂ ਦਾ ਸਾਈਜ਼ ਵੀ ਘਟ ਗਿਆ ਤੇ ਜਿਹੜੀ ਉਹ ਆਪਣੀ ਗੈਸ ਆ ਜਿਹੜੀ ਦੂਜੀ ਕਾਰਬਨ ਡਾਈਆਕਸਾਈਡ ਉਹ ਫੇਫੜਿਆਂ ਚੋਂ ਬਾਹਰ ਨਿਕਲ ਜੂਗੀ। ਤਾਂ ਇਹ ਪ੍ਰੋਸੈਸ ਲਗਾਤਾਰ ਚੱਲਦਾ, ਇਨ ਆਊਟ, ਇਹਨੂੰ ਆਪਾਂ ਬਰੀਥਿੰਗ ਕਹਿੰਦੇ ਆ। ਠੀਕ ਹੈ। ਤਾਂ ਦੇਖੋ, ਦ ਟੇਕਿੰਗ ਆਫ ਏਅਰ rich in oxygen into your body is called inhalation and given out the air rich in carbon dioxide is called exhalation। ठीक है जी, ये लगातार ਹੁੰਦੇ ਰਹਿੰਦੇ ਨੇ। बट this is not respiration, this is breathing। breathing ਇੱਕ ਪ੍ਰੋਸੈਸ ਆ ਰੈਸਪੀਰੇਸ਼ਨ ਦਾ। ਹੁਣ ਦੇਖੋ ਕਹਿੰਦਾ ਇਹ ਐਕਟੀਵਿਟੀ ਫੇਰ ਦੇਖਾਂਗੇ ਪੁੱਤ। ਫਿਰ ਕਹਿੰਦਾ ਬਰੀਥਿੰਗ ਰੇਟ ਕੀ ਹੁੰਦਾ, ਕਹਿੰਦਾ ਇੱਕ ਆਮ ਬੰਦਾ 1 ਮਿੰਟ ਦੇ ਵਿੱਚ ਕਿੰਨੇ ਵਾਰ ਸਾਹ ਲੈਂਦਾ, ਠੀਕ ਹੈ, ਉਹਨੂੰ ਆਪਾਂ ਬਰੀਥਿੰਗ ਰੇਟ ਕਹਿੰਦੇ ਆ। ਠੀਕ ਹੈ ਜੀ, ਬਰੀਥ ਕਰਦਾ, ਬਰੀਥ ਦਾ ਮਤਲਬ ਹੁੰਦਾ ਇੱਕ ਵਾਰ ਇਨਹੇਲ ਕਰਨਾ, ਇੱਕ ਵਾਰ ਐਕਸੇਲ ਕਰਨਾ, ਇਹਨੂੰ ਆਪਾਂ ਗਿਣਾਂਗੇ। ਇੱਕ ਇਨਹੇਲ ਤੇ ਇੱਕ ਐਕਸੇਲ ਨੂੰ ਇੱਕ ਗਿਣਿਆ ਜਾਊਗਾ। ਤਾਂ ਬਰੀਥਿੰਗ ਰੇਟ ਕੀ ਆ, ਦ ਨੰਬਰ ਆਫ ਟਾਈਮਸ ਆਫ ਅ ਪਰਸਨ ਬਰੀਥਸ ਇਨ ਅ ਮਿੰਟ ਟਰਮਡ ਐਜ਼ ਬਰੀਥਿੰਗ ਰੇਟ। 1 ਮਿੰਟ 'ਚ ਕਿੰਨੀ ਬਰੀਥ ਕਰਦਾ ਉਹ। ਤਾਂ ਆਮ ਤੌਰ 'ਤੇ 12 ਤੋਂ ਲੈ ਕੇ 20 ਵਾਰ ਆਪਾਂ 1 ਮਿੰਟ ਦੇ ਵਿੱਚ ਕੀ ਕਰਦੇ ਹਾਂ, ਬਰੀਥ ਕਰਦੇ ਹਾਂ। ਜਦੋਂ ਆਪਾਂ ਐਕਸਰਸਾਈਜ਼ ਕਰਦੇ ਹਾਂ ਉਦੋਂ ਹੀ ਬਰੀਥ ਰੇਟ ਜ਼ਿਆਦਾ ਹੋ ਜਾਂਦਾ, ਜਦੋਂ ਆਪਾਂ ਆਮ ਤੌਰ 'ਤੇ ਬੈਠੇ ਹੁੰਦੇ ਉਦੋਂ ਹੀ ਬਰੀਥ ਰੇਟ ਘੱਟ ਹੁੰਦਾ ਗਾ। ਜਿਹੜੇ ਛੋਟੇ ਜਾਨਵਰ ਹੁੰਦੇ ਨੇ ਉਹਨਾਂ 'ਚ ਬਰੀਥ ਰੇਟ ਜ਼ਿਆਦਾ ਹੁੰਦਾ ਗਾ, ਜਿਹੜੇ ਵੱਡੇ ਜਾਨਵਰ ਹੁੰਦੇ ਨੇ ਉਹਨਾਂ 'ਚ ਬਰੀਥ ਰੇਟ ਘੱਟ ਹੁੰਦਾ। ਕਹਿੰਦਾ ਜਿਵੇਂ ਜਿਹੜਾ ਚੂਹਾ ਗਾ ਉਹ ਤਾਂ 90 ਤੋਂ ਲੈ ਕੇ 110 ਵਾਰ 1 ਮਿੰਟ ਦੇ ਵਿੱਚ ਕੀ ਕਰਦਾ, ਬਰੀਥ ਕਰਦਾ। ਅਤੇ ਜਿਹੜਾ ਹਾਥੀ ਆ ਉਹ ਕੀ ਕਰਦਾ ਗਾ, ਉਹ 10 ਤੋਂ 15 ਵਾਰ 1 ਮਿੰਟ 'ਚ ਬਰੀਥ ਕਰਦਾ ਗਾ। ਛੋਟਾ ਬੱਚਾ ਇੱਕ ਵੱਡੇ ਬੱਚੇ ਤੋਂ ਜ਼ਿਆਦਾ ਬਰੀਥ ਕਰਦਾ ਗਾ। ਠੀਕ ਹੈ, ਜ਼ਿਆਦਾ ਰੇਟ 'ਤੇ ਬਰੀਥ ਕਰਦਾ। ਇਹ ਕਿਉਂ ਬੇਟਾ, ਜਿਹੜੇ ਵੱਡੇ ਹੁੰਦੇ ਨੇ ਉਹ ਜ਼ਿਆਦਾ ਮਾਤਰਾ ਆਕਸੀਜਨ ਦੀ ਅੰਦਰ ਲੈ ਜਾਂਦੇ ਨੇ। ਠੀਕ ਹੈ ਜੀ, ਅਤੇ ਬਰੀਥਿੰਗ ਕਰ ਲਿਆ ਆਪਾਂ। ਠੀਕ ਹੈ ਬੇਟਾ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਇਹ ਐਕਟੀਵਿਟੀ ਹੈ, ਇਹਨੂੰ ਆਪਾਂ ਫੇਰ ਦੇਖਦੇ ਹਾਂ ਬੇਟਾ ਜੀ। ਹਾਊ ਡੂ ਵੀ ਬਰੀਥ, ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ। ਕਹਿੰਦਾ ਆਪਾਂ ਬਰੀਥ ਕਿਵੇਂ ਕਰਦੇ ਹਾਂ। ਚੈਸਟ ਹੁੰਦੀ ਆ ਜਿਹੜੀ ਆਪਣੀ ਹੈ, ਮੈਂ ਤੁਹਾਨੂੰ ਸਾਰਾ ਕੁਝ ਸਮਝਾ ਚੁੱਕਿਆ, ਮੈਂ ਇੱਕ ਵਾਰ ਪੜ੍ਹ ਦਿੰਦਾ ਇਹ ਸਾਰਾ ਕੁਝ। ਠੀਕ ਹੈ, ਲੈਟ ਅਸ ਨਾਓ ਲਰਨ ਅਬਾਊਟ ਦ ਕੰਪਲੀਟ ਪ੍ਰੋਸੈਸ ਆਫ ਬਰੀਥਿੰਗ। ਵੀ ਬਰੀਥ ਵਿਦ ਦ ਹੈਲਪ ਆਫ ਪੇਅਰ ਆਫ ਲੰਗਜ਼। ਲੰਗਜ਼ ਕੀ ਹੁੰਦੇ ਨੇ, ਫੇਫੜੇ। ਕਹਿੰਦਾ ਅਸੀਂ ਫੇਫੜਿਆਂ ਦੀ ਸਹਾਇਤਾ ਨਾਲ ਹੀ ਕੀ ਕਰਦੇ ਹਾਂ, ਬਰੀਥ ਕਰਦੇ ਹਾਂ। ਵਿਚ ਆਰ ਪ੍ਰੈਜ਼ੈਂਟ ਇਨ ਚੈਸਟ ਕੈਵਿਟੀ, ਜਿਹੜਾ ਚੈਸਟ ਕੈਵਿਟੀ ਦੇ ਵਿੱਚ ਹੁੰਦਾ। ਚੈਸਟ ਕੈਵਿਟੀ ਦਾ ਮਤਲਬ, ਕੈਵਿਟੀ ਮਤਲਬ ਹੁੰਦੀ ਆ ਖਾਲੀ ਥਾਂ। ਚੈਸਟ ਦੇ ਵਿੱਚ ਖਾਲੀ ਥਾਂ ਹੁੰਦੀ ਹੈ ਜਿਹਦੇ ਵਿੱਚ ਫੇਫੜੇ ਰੱਖੇ ਹੁੰਦੇ ਨੇ। The lungs on the left hand side is slightly smaller than the lung on the right hand side to leave space for heart। ਕਹਿੰਦਾ ਜਿਹੜਾ ਲੈਫਟ ਹੈਂਡ ਸਾਈਡ ਦਾ ਜਿਹੜਾ ਲੰਗ ਹੁੰਦਾ, ਖੱਬੇ ਪਾਸੇ ਵਾਲਾ, ਉਹ ਥੋੜ੍ਹਾ ਛੋਟਾ ਹੁੰਦਾ, ਸੱਜੇ ਪਾਸੇ ਵਾਲਾ ਵੱਡਾ ਹੁੰਦਾ। ਕਿਉਂ, ਕਿਉਂਕਿ ਲੈਫਟ ਹੈਂਡ ਸਾਈਡ ਦੇ ਵਿੱਚ ਕੀ ਪਿਆ ਹੁੰਦਾ, ਉੱਥੇ ਦਿਲ ਪਿਆ ਹੁੰਦਾ ਨਾਲ ਹੀ। ਤਾਂ ਉਹਨੂੰ ਜਗ੍ਹਾ ਦੇਣ ਲਈ ਲੈਫਟ ਹੈਂਡ ਸਾਈਡ ਵਾਲਾ ਜਿਹੜਾ ਲੰਗ ਹੁੰਦਾ ਉਹ ਥੋੜ੍ਹਾ ਕੀ ਹੁੰਦਾ, ਛੋਟਾ ਹੁੰਦਾ। ਠੀਕ ਹੈ। ਦ ਚੈਸਟ ਕੈਵਿਟੀ ਇਜ਼ ਆਲਸੋ ਕਾਲਡ ਥਰੋਕਿਕ ਕੈਵਿਟੀ। ਚੈਸਟ ਕੈਵਿਟੀ ਦਾ ਦੂਜਾ ਨਾਮ ਕੀ ਆ, ਥਰੋਕਿਕ ਕੈਵਿਟੀ। ਚੈਸਟ ਕੈਵਿਟੀ ਦਾ ਦੂਜਾ ਨਾਮ ਹੈ ਥਰੋਕਿਕ ਕੈਵਿਟੀ। ਦਿਸ ਕੈਵਿਟੀ ਇਜ਼ ਸਰਾਊਂਡਡ ਬਾਈ ਰਿਬਜ਼। ਇਹ ਰਿਬਜ਼ ਨਾਲ ਕੀ ਹੁੰਦੀ ਆ, ਜਿਹਨੂੰ ਆਪਾਂ ਪਸਲੀਆਂ। ਠੀਕ ਹੈ, ਇਹ ਰਿਬਜ਼ ਨਾਲ ਘਿਰੀ ਹੁੰਦੀ ਆ। ਰਿਬਜ਼ ਫੋਰਮ ਕੇਜ ਲਾਈਕ ਸਟਰਕਚਰ ਕਾਲਡ ਰਿਬ ਕੇਜ। ਠੀਕ ਹੈ, ਰਿਬਜ਼ ਕੀ ਨੇਗੀਆਂ, ਕਹਿੰਦਾ ਇੱਕ ਪਿੰਜਰੇ ਵਰਗਾ ਸਟਰਕਚਰ ਬਣਾਉਂਦੀਆਂ ਨੇ ਜਿਹਨਾਂ ਨੂੰ ਆਪਾਂ ਰਿਬ ਕੇਜ ਕਹਿੰਦੇ ਆ। ਇਹ ਕਿੱਥੋਂ ਸ਼ੁਰੂ ਹੁੰਦੇ ਨੇ, ਪਿੱਛੇ ਰੀੜ੍ਹ ਦੀ ਹੱਡੀ ਤੋਂ ਸ਼ੁਰੂ ਹੋ ਕੇ ਬੇਟਾ ਮੂਹਰੇ ਅੱਗੇ ਤੱਕ ਆਉਂਦੇ ਨੇ ਇਹ। ਠੀਕ ਹੈ, ਇੱਕ ਪਿੰਜਰਾ ਬਣ ਜਾਂਦਾ ਜਿਨ੍ਹਾਂ ਦੇ ਵਿੱਚ ਆਪਣੇ ਲੰਗਸ ਪ੍ਰੋਟੈਕਟ ਰਹਿੰਦੇ ਨੇ। ਦ ਲਾਰਜ ਮਸਲ ਸ਼ੀਟ ਕਾਲਡ ਡਾਇਫਰਾਮ ਫਾਰਮਸ ਅ ਫਲੋਰ ਆਫ ਦ ਕੈਵਿਟੀ। ਕਹਿੰਦਾ ਇੱਕ ਮਸਲ ਦੀ ਸ਼ੀਟ ਹੁੰਦੀ ਆ ਜਿਹੜੀ ਆਪਣੇ ਰਿਬ ਕੇਜ ਦੇ ਜਮੀ ਬਿਲਕੁਲ ਨੀਚੇ ਹੁੰਦੀ ਆ, ਮਤਲਬ ਉਹਦਾ ਉਹ ਫਰਸ਼ ਬਣਾਉਂਦੀ ਆ। ਇਹਦਾ ਮਤਲਬ ਤੁਹਾਡੇ ਢਿੱਡ ਤੋਂ ਉੱਪਰ ਅਤੇ ਛਾਤੀ ਤੋਂ ਨੀਚੇ ਇੱਕ ਵਿਚਾਲੇ ਲਾਈਨ ਹੋਊਗੀ। ਠੀਕ ਹੈ, ਉਹ ਲਾਈਨ ਦੇ ਵਿੱਚ ਕੀ ਆ, ਅੰਦਰਲੇ ਪਾਸੇ ਜੇ ਤੁਸੀਂ ਦੇਖੋਗੇ ਉੱਥੇ ਡਾਇਫਰਾਮ ਹੈਗਾ ਜਿਹੜਾ ਇੱਕ ਮਸਲ ਦੀ ਸ਼ੀਟ ਆ। ਠੀਕ ਹੈ ਜੀ। ਬਰੀਥਿੰਗ ਇਨਵੋਲਵ ਦਾ ਮੂਵਮੈਂਟ ਆਫ ਬੋਥ ਆਫ ਡਾਇਫਰਾਮ ਐਂਡ ਰਿਬ ਕੇਜ। ਬਰੀਥਿੰਗ ਦੇ ਵਿੱਚ ਕੀ ਹੋਊਗਾ, ਦੋਨੇ ਚੀਜ਼ਾਂ ਹਿੱਲਣਗੀਆਂ, ਨਾਲੇ ਤਾਂ ਆਪਣਾ ਰਿਬ ਕੇਜ ਹਿੱਲੂਗਾ ਨਾਲੇ ਆਪਣਾ ਡਾਇਫਰਾਮ ਹਿੱਲੂਗਾ। ਰਿਬ ਕੇਜ ਬਾਹਰ ਆਊਗਾ, ਡਾਇਫਰਾਮ ਨੀਚੇ ਜਾਊਗਾ, ਤਾਂ ਇਨਹੇਲ ਹੋਊਗਾ। ਠੀਕ ਹੈ, ਰਿਬ ਕੇਜ ਉੱਪਰ ਚੜੂਗਾ, ਰਿਬ ਕੇਜ ਅੰਦਰ ਨੂੰ ਪਿਚਕੂਗਾ ਅਤੇ ਡਾਇਫਰਾਮ ਉੱਪਰ ਨੂੰ ਆਊਗਾ, ਤਾਂ ਕੀ ਹੋ ਜਾਊਗਾ, ਐਕਸਹੇਲ ਹੋ ਜਾਊਗਾ। ਠੀਕ ਹੈ, ਇਨਹੇਲ ਦਾ ਮਤਲਬ ਸਾਹ ਅੰਦਰ ਲੈਣਾ, ਐਕਸਹੇਲ ਦਾ ਮਤਲਬ ਸਾਹ ਬਾਹਰ ਕੱਢਣਾ। ਠੀਕ ਹੈ ਜੀ। ਅਵਰ ਲੰਗਸ ਆਰ ਅਟੈਚਡ ਟੂ ਦਾ ਵਿੰਡ ਪਾਈਪ ਕਾਲਡ ਟਰੈਕੀਆ। ਇਹ ਆਪਾਂ ਫੇਰ ਪੜ੍ਹਾਂਗੇ। ਇਹ ਜਿਹੜਾ ਆਪਣਾ ਪੂਰਾ ਉਹ ਆ ਨਾ ਡਾਇਗਰਾਮ ਆਊਗੀ, ਉਹ 'ਚ ਆਪਾਂ ਦੇਖਾਂਗੇ ਨੋਸਟਰਲ, ਨੱਕ, ਉਦੋਂ ਬਾਅਦ ਸਾਰਾ ਕੁਝ ਪ੍ਰੋਸੈਸ ਆਊ ਲੰਗਸ ਤੱਕ ਜਾਣ ਲਈ, ਉਹ ਆਪਾਂ ਫੇਰ ਦੇਖਦੇ ਹਾਂ। ਫਿਲਹਾਲ ਤੁਸੀਂ ਇਹ ਸਮਝ ਲਓ ਵੀ ਆਪਾਂ ਸਾਹ ਅੰਦਰ ਬਾਹਰ ਕਿਵੇਂ ਲੈਂਦੇ ਹਾਂ, ਉਹ ਮੈਂ ਤੁਹਾਨੂੰ 1-2 ਵਾਰ ਦੱਸ ਚੁੱਕਿਆ ਹੈਗਾ। ਵਾਰਨਿੰਗ ਕੀ ਕਹਿੰਦਾ ਇਹ, ਵਾਰਨਿੰਗ ਕਹਿੰਦਾ ਪੁੱਤ ਵੈਨ ਵੀ ਯਾਰਨ, ਕਹਿੰਦਾ ਜਦੋਂ ਅਸੀਂ ਉਬਾਸੀ ਲੈਂਦੇ ਹਾਂ, ਵੀ ਬਰੀਥ ਇਨ ਟੂ ਡੀਪਲੀ ਇਨ ਆਵਰ ਮਾਊਥ ਵਾਈਡ ਓਪਨ, ਦਿਸ ਵਰਸੇਟਾ ਵੈਂਟੀਲਾਈਜ਼ ਦਾ ਲੰਗਸ
ਫਿਸ਼ਿੰਗ ਆਊਟ ਸਟੇਲ ਏਅਰ ਐਂਡ ਰਿਪਲੇਸਿੰਗ ਇਟ ਵਿਦ ਫਰੈਸ਼ ਏਅਰ। ਕਹਿੰਦਾ ਉਬਾਸੀ ਲੈਣ ਦਾ ਕੀ ਮਤਲਬ ਆ? ਉਬਾਸੀ ਲੈਣ ਦਾ ਮਤਲਬ ਆ ਜਦੋਂ ਆਪਣੀ ਬੋਡੀ ਦੇ ਵਿੱਚ ਆਕਸੀਜਨ ਦੀ ਘਾਟ ਹੋ ਜਾਂਦੀ ਆ ਨਾ, ਤਾਂ ਆਪਣੀ ਬੋਡੀ ਕੁਦਰਤੀ ਤੌਰ 'ਤੇ ਆਪਦੇ ਆਪ ਕੀ ਲੈਂਦੀ ਆ? ਉਬਾਸੀ ਲੈਂਦੀ ਆ, ਜਿਹਦੇ ਨਾਲ ਆਪਣਾ ਜਿਹੜਾ ਫੇਫੜੇ ਹੁੰਦੇ ਨੇ ਉਹ ਸ਼ੁੱਧ ਤਾਜ਼ਾ ਹਵਾ ਨਾਲ ਕੀ ਹੋ ਜਾਂਦੇ ਨੇ? ਭਰ ਜਾਂਦੇ ਨੇ। ਠੀਕ ਹੈ ਜੀ। ਹੁਣ ਦੇਖੋ ਇਨਹੇਲੇਸ਼ਨ ਵੇਲੇ ਕੀ ਹੁੰਦਾ। ਡਿਊਰਿੰਗ ਇਨਹੇਲੇਸ਼ਨ ਪ੍ਰੋਸੈਸ ਦਾ ਰਿਬ ਮੂਵਸ ਅਪ ਐਂਡ ਆਊਟਵਰਡਸ ਵਾਈ ਦਾ ਡਾਇਫਰਾਮ ਮੂਵਸ ਡਾਊਨ। ਰਿਬ ਤਾਂ ਕਹਿੰਦਾ ਉੱਪਰ ਨੂੰ ਤੇ ਬਾਹਰ ਨੂੰ ਆ ਜਾਂਦੇ ਨੇ, ਤੇ ਜਿਹੜਾ ਡਾਇਫਰਾਮ ਹੁੰਦਾ ਉਹ ਕੀ ਚਲਾ ਜਾਂਦਾ ਗਾ? ਉਹ ਥੱਲੇ ਨੂੰ ਚਲਾ ਜਾਂਦਾ। ਦ ਮੂਵਮੈਂਟ ਇਨਕਰੀਜ਼ਿਜ਼ ਦ ਸਪੇਸ ਇਨ ਦਾ ਚੈਸਟ ਐਂਡ ਦਸ ਪ੍ਰੈਸ਼ਰ ਇਜ਼ ਰਿਡਿਊਸਡ। ਠੀਕ ਹੈ। ਦ ਏਅਰ ਆਊਟਸਾਈਡ ਦਾ ਨੋਸਟਰਲ ਹਾਈਅਰ ਪ੍ਰੈਸ਼ਰ, ਉਹ ਕੀ ਕਰਦੀ ਆ? ਬਾਹਰ ਪ੍ਰੈਸ਼ਰ ਕੀ ਆ? ਜ਼ਿਆਦਾ ਆ। ਅੰਦਰ ਪ੍ਰੈਸ਼ਰ ਕੀ ਹੋ ਗਿਆ? ਘਟ ਗਿਆ। ਜਦੋਂ ਆਪਾਂ ਅੰਦਰ ਲੈ ਕੇ ਜਾਣਾ ਤਾਂ ਜਿਹੜੀ ਹਵਾ ਉਹ ਹਮੇਸ਼ਾ ਹਾਈ ਪ੍ਰੈਸ਼ਰ ਟੂ ਲੋ ਚੱਲਦੀ ਆ, ਤਾਂ ਕਰਕੇ ਆਪਣੀ ਸਾਹ ਅੰਦਰ ਨੂੰ ਖਿੱਚਿਆ ਜਾਂਦਾ। ਫਿਰ ਇਹਦਾ ਪੁੱਠਾ ਕੰਮ ਹੁੰਦਾ। ਐਕਸੇਲੇਸ਼ਨ ਵੇਲੇ ਕੀ ਹੁੰਦਾ? ਰਿਬ ਮੂਵ ਡਾਊਨ ਐਂਡ ਇਨਵਰਡਸ, ਰਿਬਸ ਅੰਦਰ ਨੂੰ ਚਲੇ ਜਾਂਦੇ ਨੇ, ਡਾਇਫਰਾਮ ਅਪਵਰਡ ਹੋ ਜਾਂਦਾ ਗਾ। ਠੀਕ ਹੈ। ਅਤੇ ਸਾਰਾ ਜਿਹੜਾ ਆਪਣਾ ਸਾਹ ਆਪਾਂ ਜਿਹੜੀ ਗੈਸ ਹੁੰਦੀ ਆ ਆਪਣੇ ਫੇਫੜਿਆਂ 'ਚ, ਉਹਦੀ ਕਾਰਬਨ ਡਾਈਆਕਸਾਈਡ ਆ ਚੁੱਕੀ ਹੁੰਦੀ ਆ ਅਤੇ ਉਹ ਬਾਹਰ ਨੂੰ ਚਲੀ ਜਾਂਦੀ ਆ। ਤਾਂ ਇਹ ਇਨਹੇਲ ਅਤੇ ਐਕਸੇਲ ਪ੍ਰੋਸੈਸ ਆਪਣੇ ਕੋਲ ਪੂਰਾ ਹੋ ਗਿਆ। ਤਾਂ ਬੇਟਾ ਜਿਹੜਾ ਇਹਦਾ ਨੈਕਸਟ ਪਾਰਟ ਆ ਦੇਖੋ ਇਹਦੇ ਵਿੱਚ ਦਿਖਾਇਆ ਹੋਇਆ। ਆਹ ਜਿਹੜੇ ਪੁੱਤ ਲਾਈਨਾਂ ਜੀਆਂ ਲਾਈਆਂ ਨੇ, ਇਹ ਕੀ ਨੇ? ਇਹ ਆਪਣੇ ਕੋਲ ਰਿਬ ਗੇਜ ਆ। ਆਹ ਜਿਹੜਾ ਨੀਚੇ ਲਾਲ ਰੰਗ ਦਾ ਉਹ ਦਿਖਾਇਆ ਹੋਇਆ ਗਾ, ਇਹ ਕੀ ਆ? ਡਾਇਫਰਾਮ। ਇਹ ਬੇਟਾ ਜਦੋਂ ਤਾਂ ਆਪਾਂ ਸਾਹ ਦੇਖੋ, ਇਹ ਤਾਂ ਇਹ ਹੈਗਾ ਇਨਹੇਲ ਕਰਦਾ, ਇਹ ਹੈਗਾ ਐਕਸੇਲ ਕਰਦਾ। ਇਨਹੇਲ ਵੇਲੇ ਕੀ ਹੋ ਗਿਆ? ਆਪਣੀ ਜਿਹੜੀ ਛਾਤੀ ਆ ਉਹ ਐਕਸਪੈਂਡ ਹੋ ਗਈ ਅਤੇ ਡਾਇਫਰਾਮ ਨੀਚੇ ਨੂੰ ਹੋ ਗਿਆ। ਹੁਣ ਜਦੋਂ ਆਪਾਂ ਐਕਸੇਲ ਕਰਾਂਗੇ ਉਦੋਂ ਛਾਤੀ ਵੀ ਛੋਟੀ ਹੋ ਗਈ ਅਤੇ ਜਿਹੜਾ ਡਾਇਫਰਾਮ ਆ ਉਹ ਉੱਪਰ ਨੂੰ ਚੜ੍ਹ ਗਿਆ। ਮਤਲਬ ਲੰਗਸ ਦੀ ਉਹ ਜਿਹੜੀ ਸੀ ਇੱਕ ਆਪਣਾ ਸਪੇਸ ਸੀ ਲੰਗ ਵਾਸਤੇ, ਉਹ ਘੱਟ ਗਈ, ਤਾਂ ਸਾਹ ਕੀ ਹੋ ਗਿਆ? ਬਾਹਰ ਨਿਕਲ ਗਿਆ। ਠੀਕ ਹੈ ਜੀ। ਉਦੋਂ ਬਾਅਦ ਕਹਿੰਦਾ ਛਿੱਕ ਕੀ ਹੁੰਦੀ ਆ? ਛਿੱਕ ਕੁਛ ਨਹੀਂ ਹੁੰਦੀ। ਕਹਿੰਦਾ ਬੇਟਾ ਜਦੋਂ ਆਪਣੇ ਐਟਮੋਸਫੀਅਰ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਆਪਣੇ ਕੋਲ ਉਹ ਹੁੰਦਾ, ਕੀ ਕਹਿੰਦੇ ਹੁੰਦੇ ਨੇ, ਗੰਦ ਮੰਦ ਹੁੰਦਾ, ਡਸਟ ਹੁੰਦੀ ਆ, ਤਾਂ ਉਹ ਆਪਣੇ ਨੱਕ 'ਚ ਚਲੀ ਜਾਂਦੀ ਆ। ਉਹ ਨੱਕ ਦੇ ਵਿੱਚ ਨਾ ਆਪਣੇ ਮਿਊਕਸ ਮੈਂਬਰੇਨ ਹੁੰਦੀ ਆ। ਮਿਊਕਸ ਕੀ ਹੁੰਦੀ ਆ? ਨਜ਼ਲਾ ਕਹਿੰਦੇ ਜਿਹਨੂੰ ਆਪਾਂ। ਉਹ ਆਪਣੇ ਸਾਰੇ ਨੱਕ ਦੇ ਆਲੇ ਦੁਆਲੇ ਹੁੰਦੀ ਆ ਲੱਗੀ ਹੋਈ। ਉਹ ਉੱਥੇ ਕੀ ਕਰਦੀ ਆ? ਉਹਨੂੰ ਫੜ ਲੈਂਦੀ ਆ, ਡਸਟ ਪਾਰਟੀਕਲ ਨੂੰ। ਡਸਟ ਪਾਰਟੀਕਲ ਨੂੰ ਫੜ ਕੇ ਫਿਰ ਨਾ ਆਪਣੀ ਜਦੋਂ ਥੋੜ੍ਹਾ ਜਿਹਾ ਹੋਰ ਅੰਦਰ ਚਲੀ ਜਾਂਦੀ ਆ ਨਾ, ਫਿਰ ਆਪਾਂ ਨੂੰ ਛਿੱਕ ਆ ਜਾਂਦੀ ਆ, ਤਾਂ ਕਿ ਉਹ ਡਸਟ ਪਾਰਟੀਕਲ ਸਾਰੇ ਆਪਣੇ ਕੋਲੋਂ ਬਾਹਰ ਨਿਕਲ ਜਾਣ ਆਪਣੀ ਬੋਡੀ 'ਚੋਂ। ਇਹਦਾ ਮਤਲਬ ਕੀ ਆ? ਛਿੱਕ ਆਉਣਾ ਇੱਕ ਤੰਦਰੁਸਤ ਸਿਹਤ ਦੀ ਨਿਸ਼ਾਨੀ ਆ। ਛਿੱਕ ਆ ਜਿਹੜੀ ਬੇਟਾ ਉਹ ਆਪਣਾ ਨੱਕ ਵੀ ਸਾਫ਼ ਰੱਖਦੀ ਆ। ਠੀਕ ਹੈ। ਉਹ ਆਪਣੇ ਗੈਰ ਜ਼ਰੂਰੀ ਚੀਜ਼ਾਂ ਨੂੰ ਆਪਣੇ ਫੇਫੜਿਆਂ ਤੱਕ ਨਹੀਂ ਜਾਣ ਦਿੰਦੀ। ਠੀਕ ਹੈ ਜੀ। ਤਾਂ ਇਹਦੇ ਨਾਲ ਹੀ ਬੇਟਾ ਆਪਣਾ ਇਹ ਜਿਹੜਾ ਲੈਕਚਰ ਹੈ ਖਤਮ ਹੁੰਦਾ। ਜਿਹੜੀਆਂ ਲਾਈਨਸ ਮੈਂ ਅੰਡਰਲਾਈਨ ਕੀਤੀਆਂ ਹੋਈਆਂ ਨੇ, ਇਹ ਲਾਈਨਸ ਤੁਸੀਂ ਅੰਡਰਲਾਈਨ 'ਤੇ ਟਿਕ ਕਰ ਲਓ। ਠੀਕ ਹੈ ਬੇਟਾ ਜੀ। ਤਾਂ ਇਹ ਆਪਣਾ ਪੂਰਾ ਚੈਪਟਰ ਦਾ ਕਰਸਕ ਹੈ। ਇਹ ਤੋਂ ਗਾਹਾਂ ਜਿਹੜਾ ਚੈਪਟਰ ਬਾਕੀ ਆ ਉਹ ਆਪਾਂ ਕੱਲ੍ਹ ਨੂੰ ਦੇਖਦੇ ਹਾਂ ਜੀ।